ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰਹਮ ਗਿਆਨੀ ਸੰਤ ਬਾਬਾ ਯਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ। ਜਿਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੇ। ਨਿਸ਼ ਬਾਸੁਰ ਨਿਖੇਧਿ ਅਤਰ ਬਨੰਸੀ ਰਵ ਸਿਆਰ ਬੰਦਾ। ਗਿਰ ਬਸੁਦਾ ਜਲ ਪਵਨ ਜਾਗਿਓ ਏਕ ਸਾਧ ਬਚਨ ਅਟਲ ਦਾ। ਘੁੰਮਣਾ ਨੇੜੇ ਇੱਕ ਪਿੰਡ ਦਾ ਇੱਕ ਪੜ੍ਹਿਆ ਲਿਖਿਆ ਮੁੰਡਾ ਆਪ ਦਾ ਸ਼ਰਧਾਲੂ ਸੀ। ਕੰਮ ਨਾ ਕੋਈ ਮਿਲਿਆ। ਕਿਸੇ ਨੇ ਸਲਾਹ ਦਿੱਤੀ, ਮੁਰਗੀ ਖਾਨਾ ਖੋਲ੍ਹ ਲੈ, ਚੰਗੀ ਕਮਾਈ ਹੈ। ਜਿੰਨਾ ਚਿਰ ਮੁਰਗੀ ਆਂਡਾ ਦੇਵੇ ਆਂਡੇ ਵੇਚੋ, ਜਦੋਂ ਹਟ ਜਾਵੇ ਤਾਂ ਮੁਰਗੀ ਵੇਚ ਦਿਓ, ਕਮਾਈ ਹੀ ਕਮਾਈ। ਉਹ ਮੁੰਡਾ ਗੱਲਾਂ 'ਚ ਆ ਗਿਆ, ਮੁਰਗੀ ਖਾਨਾ ਚਲਾਉਣ ਲੱਗ ਪਿਆ। ਡੇਰੇ ਆਉਣ ਦਾ ਸਮਾਂ ਵੀ ਘੱਟ ਲੱਗਣਾ। ਲੋਭ ਦੇ ਜਾਲ 'ਚ ਫਸ ਗਿਆ, ਪਰ ਆਪ ਵੈਸ਼ਨੋ ਬਿਰਤੀ ਵਾਲਾ ਹੀ ਰਿਹਾ। ਇੱਕ ਦਿਨ ਡੇਰੇ ਆਇਆ, ਸਾਰੀ ਗੱਲ ਸੰਤਾਂ ਨੂੰ ਦੱਸੀ। ਮਹਾਂਪੁਰਖ ਕਹਿਣ ਲੱਗੇ, ਇਹ ਧੰਦਾ ਬੰਦ ਕਰ ਦੇ, ਇਹ ਨਹੀਂ ਕਰਨਾ, ਜੀਵਤਿਆ ਹੈ। ਆਪੇ ਬਾਬਾ ਨਾਨਕ ਕੋਈ ਹੋਰ ਕੰਮ ਬਣਾ ਦਿਓ। ਉਸ ਮੁੰਡੇ ਨੇ ਬਚਨ ਮੰਨਿਆ। ਅਗਲੇ ਦਿਨ ਹੀ ਮੁਰਗੀ ਖਾਨਾ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਵੇਲਾ ਹੋ ਗਿਆ, ਹੁਣ ਸੰਤਾਂ ਦੇ ਰੋਜ਼ ਦਰਸ਼ਨ ਕਰਨ ਲੱਗਾ। ਇੱਕ ਦਿਨ ਆਪ ਖੁਸ਼ੀ ਦੇ ਘਰ ਵਿੱਚ ਆਏ, ਕਹਿਣ ਲੱਗੇ, ਤੂੰ ਭਲਾ ਕੰਮ ਕੀਤਾ ਹੈ, ਤੈਨੂੰ ਬਾਬਾ ਨਾਨਕ ਖੋਰੇ ਜਹਾਜ਼ 'ਤੇ ਵੀ ਚੜ੍ਹਾ ਦੇਵੇ। ਉਸ ਨੇ ਕਦੀ ਐਸੀ ਗੱਲ ਸੋਚੀ ਵੀ ਨਹੀਂ ਸੀ। ਛੇਤੀ ਹੀ ਉਸਦਾ ਅਮਰੀਕਾ ਦਾ ਵੀਜ਼ਾ ਲੱਗ ਗਿਆ। ਵਧੀਆ ਕਾਰੋਬਾਰ, ਮਾਣ ਸਤਿਕਾਰ, ਸਭ ਕੁਝ ਮਿਲ ਗਿਆ। ਹੁਣ ਉਹ ਅਮਰੀਕਾ ਬੈਠਾ ਬਾਬਾ ਜੀ ਦੇ ਪਿਆਰ ਦੀਆਂ ਘੋੜੀਆਂ ਗਾਉਂਦਾ ਥੱਕਦਾ ਨਹੀਂ। ਅੱਜ ਕੱਲ੍ਹ ਹਰ ਸਾਲ ਹੁਣ ਉਹਨਾਂ ਦੀ ਬਰਸੀ ਮਨਾਉਂਦਾ ਹੈ। ਚਾਰ ਪਦਾਰਥ ਜੇ ਕੋ ਮਾਂਗੇ, ਸਾਧ ਜਨਾ ਕੀ ਸੇਵਾ ਲਾਗੇ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ, ਅਥਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਆਪ ਦਾ ਇੱਕ ਸ਼ਰਧਾਲੂ, ਜਿਸ ਨੂੰ ਆਪ ਦੀ ਕਿਰਪਾ ਕਰਕੇ ਹੀ ਨੌਕਰੀ ਮਿਲੀ ਸੀ, ਦਫ਼ਤਰ ਵਿੱਚ ਕਲਰਕ ਲੱਗਾ ਹੋਇਆ ਸੀ। ਜੋ ਵੀ ਲੋੜਵੰਦ ਉਸ ਕੋਲ ਆਉਂਦਾ, ਹੱਸ ਕੇ ਕੰਮ ਕਰਦਾ। ਸੰਤਾਂ ਦਾ ਮਨ ਹੀ ਮਨ ਸ਼ੁਕਰ ਕਰਦਾ, ਜਿਨ੍ਹਾਂ ਨੇ ਇਸ ਕੁਰਸੀ 'ਤੇ ਬਿਠਾਇਆ ਤੇ ਲੋਕਾਂ ਦੇ ਕੰਮ ਸਵਾਰਨ ਯੋਗ ਬਣਾਇਆ। ਇੱਕ ਵਾਰੀ ਸੰਤਾਂ ਦਾ ਹੀ ਇੱਕ ਸੇਵਕ ਉਸ ਕੋਲ ਆਇਆ। ਵਿਚਾਰਾ ਗਰੀਬ ਜਿਹਾ ਬੰਦਾ ਸੀ। ਕਿਸੇ ਬਹਾਨੇ ਉਸਦੇ ਮੁੰਡੇ ਨੂੰ ਕੰਮ ਮਿਲਣ ਵਾਲਾ ਸੀ। ਉਸਨੇ ਇੱਕ ਕਾਗਜ਼ 'ਤੇ ਉਸ ਦਫ਼ਤਰ ਦੇ ਅਫਸਰ ਕੋਲੋਂ ਦਸਤਖਤ ਕਰਾਉਣੇ ਸਨ। ਸ਼ਾਮ ਨੂੰ ਉਹ ਦਸਤਖਤਾਂ ਵਾਲਾ ਕਾਗਜ਼ ਲੈ ਕੇ ਮੁੰਡੇ ਨੇ ਗੱਡੀ ਬਹਿਣਾ ਸੀ ਤੇ ਸਵੇਰੇ ਦਿੱਲੀ ਵਿਖਾਉਣਾ ਸੀ। ਖੇਡ ਕੀ ਵਰਤੀ ਕਿ ਉਹ ਅਫਸਰ ਆਇਆ ਨਾ। ਉਹ ਸਿੱਖ ਸ਼ਾਮ ਤੱਕ ਉਡੀਕਦਾ ਰਿਹਾ। ਅੰਦਰੇ ਅੰਦਰ ਉਸਦਾ ਮਨ ਘਬਰਾ ਰਿਹਾ ਸੀ। ਮਸਾਂ ਰੱਬ ਨੇ ਕੋਈ ਵਿਧ ਬਣਾਈ ਹੈ, ਪਤਾ ਨਹੀਂ ਅਫਸਰ ਆਏ ਕਿ ਨਾ। ਚਿੰਤਾ 'ਚ ਪਿਆ ਹੋਇਆ ਸੀ। ਹੁਣ ਹੋ ਵੀ ਕੀ ਸਕਦਾ ਸੀ। 5 ਵਜੇ ਦਫ਼ਤਰ ਬੰਦ ਹੋ ਜਾਣਾ ਸੀ। 6 ਵਜੇ ਦਿੱਲੀ ਦੀ ਗੱਡੀ ਚੱਲਦੀ ਸੀ। ਉਸ ਕਲਰਕ ਦੇ ਮਨ ਵਿੱਚ ਬੜਾ ਅਸਰ ਹੋਇਆ। ਜੇ ਅੱਜ ਵੀ ਦਸਤਖਤ ਨਾ ਹੋਏ ਤਾਂ ਮੁੰਡੇ ਦੀ ਨੌਕਰੀ ਰਹਿ ਸਕਦੀ ਹੈ। ਉਹ ਕਲਰਕ ਵੀ ਮਾੜੇ ਹਾਲਾਤਾਂ 'ਚੋਂ ਲੰਘ ਕੇ ਇੱਥੇ ਪਹੁੰਚਾ ਸੀ। ਉਸ ਦਾ
ਮਨ ਪਸੀਜ ਗਿਆ। ਉਸਨੇ ਘੜੀ ਵੇਖੀ, 5 ਵੱਜਣ ਵਾਲੇ ਸਨ। ਦਫ਼ਤਰ ਬੰਦ ਹੋਣ ਵਾਲਾ ਸੀ। ਉਸਨੇ ਸੋਚਿਆ, ਹੁਣ ਅਫਸਰ ਤਾਂ ਆਵੇਗਾ ਨਹੀਂ, ਉਸਦੇ ਦਸਤਖਤ ਮੈਂ ਹੀ ਕਰ ਦਿੰਦਾ ਹਾਂ। ਇਹ ਕਾਗਜ਼ ਦਿੱਲੀ ਚਲੇ ਜਾਣਾ ਹੈ, ਕਿਹੜਾ ਉਸਨੂੰ ਪਤਾ ਲੱਗਣਾ ਹੈ। ਮੁੰਡੇ ਵਿਚਾਰੇ ਦੀ ਨੌਕਰੀ ਲੱਗ ਜਾਵੇਗੀ ਕਿਸੇ ਤਰ੍ਹਾਂ। ਉਸਨੇ ਕਾਗਜ਼ ਲਿਆ ਤੇ ਅੰਦਰ ਜਾ ਕੇ ਅਫਸਰ ਦੇ ਦਸਤਖਤਾਂ ਵਰਗੇ ਦਸਤਖਤ ਆਪੇ ਹੀ ਕਰ ਦਿੱਤੇ। ਕਾਗਜ਼ ਲਿਆ ਕੇ ਬਾਹਰ ਰੱਖਿਆ ਤੇ ਉਸ 'ਤੇ ਰਵਾਨਗੀ ਨੰਬਰ ਲਾਉਣ ਲੱਗ ਪਿਆ। ਅਚਨਚੇਤ ਉਸੇ ਵੇਲੇ ਉਹ ਅਫਸਰ ਵੀ ਆ ਗਿਆ। ਉਸਨੇ ਉਹ ਭਾਈ ਨੂੰ ਬੈਠੇ ਦੇਖਿਆ। ਕਲਰਕ ਦਾ ਰੰਗ ਉੱਡ ਗਿਆ। ਆਉਂਦਿਆਂ ਹੀ ਉਸਨੇ ਉਹ ਸਾਹਮਣੇ ਪਿਆ ਕਾਗਜ਼ ਫੜ ਲਿਆ ਤੇ ਪੜ੍ਹਨ ਲੱਗ ਪਿਆ। ਉਹ ਕਲਰਕ ਅੰਦਰ ਜਾ ਕੇ ਸੰਤਾਂ ਦੇ ਚਰਨਾਂ ਵਿੱਚ ਮਨ ਹੀ ਮਨ ਜੋਦੜੀਆਂ ਕਰਨ ਲੱਗਾ। ਸਤਿਗੁਰੂ ਮੇਰੀ ਲਾਜ ਪੈਜ ਰੱਖਿਓ ਪਾਤਸ਼ਾਹ, ਮੈਂ ਤਾਂ ਕਿਸੇ ਦਾ ਭਲਾ ਕਰਨ ਲੱਗਾ ਸਾਂ, ਮੈਂ ਆਪਣੇ ਹੀ ਕੁਝ ਨਹੀਂ ਕੀਤਾ। ਸਾਹਿਬਾ ਮੇਰੇ ਪਰਦੇ ਕਾਜੀ। ਇੰਨੇ ਨੂੰ ਅਫਸਰ ਨੇ ਆਵਾਜ਼ ਮਾਰੀ। ਉਹ ਕਲਰਕ ਬਾਹਰ ਆਇਆ। ਅਫਸਰ ਪੁੱਛਣ ਲੱਗਾ, ਇਹ ਕਾਗਜ਼ ਇਹਨਾਂ ਭਾਈ ਸਾਹਿਬ ਦਾ ਹੈ? ਹਾਂਜੀ, ਪਰ ਮੈਂ ਇਹ ਦਸਤਖਤ ਕਦੋਂ ਕੀਤੇ ਸਨ? ਕਲਰਕ ਚੁੱਪ ਰਿਹਾ। ਉਸ ਅਫਸਰ ਨੇ ਕਾਗਜ਼ ਤੋਂ ਬਾਕੀ ਵਰੇਵੇਂ ਭਰੇ, ਸਭ ਠੀਕ ਸਨ। ਫਿਰ ਆਪ ਹੀ ਕਹਿਣ ਲੱਗਾ, ਕੱਲ੍ਹ ਕਿਤੇ ਹੋਣੇ ਨੇ, ਮੈਨੂੰ ਵੀ ਅੱਜ ਕੱਲ੍ਹ ਚੇਤਾ ਭੁੱਲ ਜਾਂਦੇ। ਇਹ ਕਹਿ ਕੇ ਉਸਨੇ ਉਹ ਕਾਗਜ਼ ਉਸ ਸਿੱਖ ਦੇ ਹੱਥ ਫੜਾਇਆ। ਕਾਗਜ਼ ਲੈ ਕੇ ਉਹ ਸਿੱਖ ਚਲੇ ਗਿਆ। ਮਨ ਹੀ ਮਨ ਖੁਸ਼ ਸੀ, ਸੰਤਾਂ ਦਾ ਸ਼ੁਕਰ ਕਰ ਰਿਹਾ ਸੀ। ਖੁਸ਼ੀ ਵਿੱਚ ਉਸ ਕਲਰਕ ਦਾ ਧੰਨਵਾਦ ਕਰਨਾ ਵੀ ਭੁੱਲ ਗਿਆ। ਇੱਧਰ 5 ਵੱਜਦੇ ਸਾਰ ਹੀ ਉਹ ਕਲਰਕ ਛੁੱਟੀ ਕਰਕੇ ਸਿੱਧਾ ਡੇਰੇ ਆ ਗਿਆ। ਸੰਤਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ। ਬਾਬਾ ਜੀ ਇੱਕਦਮ ਕਹਿਣ ਲੱਗੇ, ਬੱਚੂ, ਪਹਿਲਾਂ ਗਲਤ ਕੰਮ ਕਰ ਲੈਣੇ, ਫਿਰ ਤਰਲੇ ਲੈਣੇ। ਆਪਣਾ ਵਿੱਤ ਵੇਖ ਕੇ ਭਲਾ ਕਰੀਏ। ਚੱਲ ਅਤਕਾ। ਬਾਬੇ ਨਾਨਕ ਨੇ ਪਰਦੇ ਢੱਕ ਲਏ, ਅੱਗੇ ਤੋਂ ਗਲਤ ਕੰਮ ਨਹੀਂ ਕਰਨਾ। ਜੈਸਾ ਬੀਤ ਤੈਸਾ ਹੋਏ, ਵਰਤੇ ਆਪਣਾ ਬਲ ਨਹੀਂ ਹਾਰੇ। ਉਸ ਕਲਰਕ ਮਨ ਹੀ ਮਨ ਲੱਖਾਂ ਵਾਰ ਸ਼ੁਕਰਾਨਾ ਕਰ ਰਿਹਾ ਸੀ। ਅੱਖਾਂ 'ਚੋਂ ਪਿਆਰ ਵੈਰਾਗ ਦਾ ਸਾਗਰ ਵਹਿ ਰਿਹਾ ਸੀ। ਬਾਬਾ ਤੂੰ ਹੀ ਰੱਬ ਐਂ, ਜਿਉਂਦਾ ਜਾਗਦਾ ਰੱਬ। ਮੇਰੇ ਸਦਾ ਹੀ ਪਰਦੇ ਢੱਕ ਕੇ ਰੱਖੀਂ, ਸਭ ਦੇ ਪਰਦੇ ਢੱਕੀਂ ਬਾਬਾ। ਨਿਰਗੁਣ ਰਾਖ ਲਿਏ ਸੰਤਨ ਕਾ ਸਦਕਾ, ਸਤਿਗੁਰ ਢੱਕ ਲਿਏ ਮੋਏ ਪਾਪੀ ਪਰਦਾ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਇੰਝ ਹੀ ਇੱਕ ਗਰੀਬਰੇ ਜੇ ਪਿਆਰੇ ਸਿੱਖ ਦੀ ਲਾਜ ਆਪ ਨੇ ਰੱਖੀ। ਉਸ ਦੀ ਵਿਆਹੀ ਹੋਈ ਧੀ ਦਾ ਸਹੁਰਾ ਮਰ ਗਿਆ। ਲੋਕ ਲਾਜ ਦੇ ਮਾਰੇ ਲੋਕ ਬਜ਼ੁਰਗਾਂ ਦੀਆਂ ਆਤਮ ਅਰਦਾਸਾਂ ਸਮੇਂ ਵੀ ਕਿੰਨਾ ਕਿੰਨਾ ਖਰਚ ਕਰਦੇ ਹਨ। ਇਹ ਮ੍ਰਿਤਕ ਦੀ ਸ਼ਾਂਤੀ ਲਈ ਅਰਦਾਸ ਦਾ ਦਿਨ ਨਹੀਂ ਰਿਹਾ ਜਾਂਦਾ, ਸਗੋਂ ਵਿਖਾਵੇ ਦਾ ਅਡਰਬਰ ਬਣ ਜਾਂਦਾ ਹੈ। ਉਸ ਦੀ ਧੀ ਵੀ ਆਪਣੇ ਬਾਪ ਨੂੰ ਸੁਨੇਹੇ
ਭੇਜੇ ਕਿ ਮੇਰੀ ਜਠਾਣੀ ਦੇ ਪੇਕਿਆਂ ਨੇ ਸੋਨੇ ਦਾ ਘੜਾ ਆਪਣੇ ਜਵਾਈ ਲਈ ਲੈ ਕੇ ਆਉਣਾ ਹੈ, ਤੁਸੀਂ ਵੀ ਲੈ ਕੇ ਆਇਓ, ਭਾਵੇਂ ਹਲਕਾ ਹੀ ਹੋਵੇ, ਉਂਝ ਮੇਰਾ ਨੱਕ ਨਹੀਂ ਰਹਿਣਾ, ਮੈਂ ਜਠਾਣੀ ਦੇ ਸਾਹਮਣੇ ਕਿਵੇਂ ਰਹਾਂਗੀ। ਉਹ ਵਿਚਾਰਾ ਬਾਪ ਇੰਨੇ ਜੋਗਾ ਨਹੀਂ ਸੀ, ਸੋਚੀ ਪੈ ਗਿਆ। ਕਈ ਪਾਸੇ ਮਨ ਦੇ ਘੋੜੇ ਦੁਹਰਾਏ, ਕਈ ਦਲੀਲਾਂ ਕੀਤੀਆਂ, ਪਰ ਕੋਈ ਸਮਝ ਨਾ ਲੱਗੇ। ਘਰ ਵਿੱਚ ਤਾਂ ਪਹਿਲਾਂ ਹੀ ਔਖ ਨਾਲ ਦਾਲ ਫੁਲਕਾ ਚੱਲਦਾ ਸੀ, ਅਖੀਰ ਸੰਤਾਂ ਦਾ ਆਸਰਾ ਥੱਕਿਆ ਆ ਕੇ ਚਰਨੀ ਪੈ ਗਿਆ ਤੇ ਸਾਰੀ ਵਿਥਿਆ ਸੁਣਾਈ। ਸੰਤਾਂ ਨੇ ਮਾਨਾ ਕੀਤਾ, ਸੋਨਾ ਸ਼ੈਤਾਨ ਹੁੰਦਾ ਹੈ, ਕਲੇਸ਼ ਖੜਾ ਕਰਦਾ, ਇਹ ਨਹੀਂ ਪਾਉਣਾ ਚਾਹੀਦਾ। ਪਰ ਉਹ ਬਾਪ ਵਿਚਾਰਾ ਫਸਿਆ ਹੋਇਆ ਸੀ। ਧੀਆਂ ਦੇ ਸੁੱਖ ਲਈ ਮਾਪੇ ਕੀ ਨਹੀਂ ਕਰਦੇ, ਇਹਨਾਂ ਨੂੰ ਵਸਾਉਣਾ ਕਿਹੜਾ ਸੌਖਾ ਹੁੰਦਾ ਹੈ। ਉਸਨੇ ਫਿਰ ਸੰਤਾਂ ਅੱਗੇ ਤਰਲਾ ਮਾਰਿਆ, ਸੰਤ ਤਾਂ ਹਮੇਸ਼ਾ ਹੀ ਕਰੁਣਾ ਦੇ ਸਾਗਰ ਹੁੰਦੇ ਹਨ। ਉਹਨਾਂ ਉਸ ਬਾਪ ਦੇ ਮਨ ਦੀ ਹਾਲਤ ਵੇਖੀ ਕਹਿਣ ਲੱਗੇ, ਜਾ ਇੰਝ ਕਰ, ਪਿੱਤਲ ਦਾ ਘੜਾ ਲੈ ਜਾ, ਆਪੇ ਬਾਬਾ ਨਾਨਕ ਪਰਦੇ ਢੱਕ ਲਵੇਗਾ। ਉਸ ਸਿੱਖ ਦੇ ਮਨ ਨੂੰ ਲੱਗ ਗਈ। ਸੋਚਿਆ ਹੁਣ ਤਾਂ ਟਾਈਮ ਤਾਂ ਇੰਝ ਢਕੀਐ, ਔਖੇ ਸੌਖੇ ਹੋ ਕੇ ਬਣਾ ਦਿਆਂਗੇ, ਪਰਦੇ ਨਾਲ ਇਸ ਨੂੰ ਧੀ ਬਦਲ ਦੇਂਗੀ। ਉਹ ਸਿੱਧਾ ਸੁਨਿਆਰੇ ਕੋਲ ਗਿਆ ਤੇ ਪਿੱਤਲ ਦਾ ਘੜਾ ਬਣਾ ਲਿਆਇਆ। ਉੱਤੇ ਸੋਨੇ ਦੀ ਝੱਲ ਫਰਾ ਲਈ। ਕੁੱਲ 30 ਰੁਪਏ ਲੱਗੇ। ਨਕਲੀ ਘੜਾ ਅਸਲੀ ਤੋਂ ਵੀ ਵਧੇਰੇ ਭਾਰਾ ਤੇ ਚਮਕਦਾਰ ਸੀ। ਸਾਰਾ ਪਰਿਵਾਰ ਭੋਗ 'ਤੇ ਗਿਆ। ਲੀਰਾਂ ਕੱਪੜਾ ਤੇ ਘੜਾ ਨਾਲ ਲੈ ਲਿਆ। ਅਖੰਡ ਪਾਠ ਸਾਹਿਬ ਦੇ ਭੋਗ ਦੀ ਅਰਦਾਸ ਗ੍ਰੰਥੀ ਸਿੰਘ ਕਰਨ ਲੱਗਾ। ਇੱਧਰ ਇਹ ਸਿੰਘ ਆਪਣੇ ਘਰੇ ਦੀ ਅਰਦਾਸ ਮਨ ਹੀ ਮਨ ਕਰ ਰਿਹਾ ਸੀ। ਗੁਰਦੇਵ ਪਿਤਾ ਜੀ, ਮੇਰੇ ਗਰੀਬ ਦੇ ਪਰਦੇ ਢਕਿਓ, ਮੇਰੇ ਨਹੀਂ ਪਾਤਸ਼ਾਹ ਆਪ ਦੀ ਧੀ ਹੈ, ਉਸ ਦੀ ਲਾਜ ਪੈਜ ਰੱਖਿਓ। ਭੋਗ ਉਪਰੰਤ ਸਾਰੇ ਰਿਸ਼ਤੇਦਾਰ ਆਪਣਾ ਆਪਣਾ ਸਮਾਨ ਮ੍ਰਿਤਕ ਪਰਿਵਾਰ ਨੂੰ ਦੇਣ ਲੱਗੇ। ਜਠਾਣੀ ਦੇ ਪਰਿਵਾਰ ਨੇ ਵੀ ਘੜਾ ਤੇ ਕੱਪੜੇ ਲਿਆਂਦੇ ਸਨ। ਸਭ ਨੂੰ ਵਿਖਾ ਕੇ ਉਹ ਘੜਾ ਉਹਨਾਂ ਆਪਣੇ ਜਵਾਈ ਨੂੰ ਪਾਇਆ। ਜਠਾਣੀ ਹੁਣ ਦਰਾਣੀ ਵੱਲ ਵੇਖਣ ਲੱਗੀ, ਇਹ ਕੀ ਲਿਆਏ ਹਨ। ਉਸ ਸੇਵਾਦਾਰ ਸਿੱਖ ਨੇ ਵੀ ਘੜਾ ਕੱਢਿਆ ਤੇ ਆਪਣੀ ਧੀ ਨੂੰ ਫੜਾ ਦਿੱਤਾ। ਨਾਲ ਹੀ ਲੀਰਾਂ ਕੱਪੜਾ ਵੀ ਉਸ ਦੀ ਝੋਲੀ 'ਚ ਪਾ ਦਿੱਤਾ। ਜਠਾਣੀ ਨੂੰ ਉਹ ਘੜਾ ਵੱਧ ਚਮਕਦਾਰ ਲੱਗਾ। ਉਸਨੇ ਘੜਾ ਫੜ ਕੇ ਵੇਖਿਆ, ਫਿਰ ਆਪਣੇ ਮਾਪਿਆਂ ਵੱਲ ਵੀ ਵੇਖਿਆ। ਉਸਨੇ ਚਲਾਕੀ ਨਾਲ ਆਪਣਾ ਘੜਾ ਉਸ ਗਰੀਬ ਦੀ ਧੀ ਨੂੰ, ਦਰਾਣੀ ਨੂੰ ਫੜਾ ਦਿੱਤਾ ਤੇ ਉਸਦਾ ਆਪ ਰੱਖ ਲਿਆ। ਰਿਸ਼ਤੇਦਾਰਾਂ ਦੀ ਭੀੜ ਸੀ, ਕਿਸੇ ਨੂੰ ਪਤਾ ਨਾ ਲੱਗਾ। ਸਾਰਾ ਕੰਮ ਧੰਦਾ ਮੁੱਕ ਗਿਆ। ਸਮਾਂ ਲੰਘਦਾ ਗਿਆ। ਕੁਝ ਸਾਲਾਂ ਬਾਅਦ ਉਹਦੀ ਜਠਾਣੀ ਉਹ ਘੜਾ ਲੈ ਕੇ ਸੁਨਿਆਰੇ ਕੋਲ ਗਈ। ਉਸਨੂੰ ਕੁਝ ਪੈਸਿਆਂ ਦੀ ਲੋੜ ਸੀ। ਸੁਨਿਆਰੇ ਨੇ ਵੇਖਿਆ, ਕਹਿਣ ਲੱਗਾ, ਇਹ ਤਾਂ ਪਿੱਤਲ ਦਾ ਹੈ। ਉਹ ਹੈਰਾਨ ਹੋ ਗਈ। ਨਾਲ ਉਸਦਾ ਘਰ ਵਾਲਾ ਵੀ ਸੀ। ਉਹ ਬੀਬੀ ਹੁਣ ਕੀ ਦੱਸੇ ਕਿ ਮੈਂ ਚਲਾਕੀ ਕਰਕੇ ਇਹ ਕਿੰਜ ਵਟਿਆ ਸੀ। ਘਰ ਵਿੱਚ ਕਲੇਸ਼ ਪੈ ਗਿਆ। ਸੰਤਾਂ ਦਾ ਬਚਨ ਵੀ ਸੱਚ ਹੋਇਆ ਕਿ ਸੋਨਾ ਸ਼ੈਤਾਨ ਹੁੰਦਾ ਹੈ, ਕਲੇਸ਼ ਪਾਉਂਦਾ ਹੈ। ਉੱਧਰ ਉਹ ਸਿੱਖ ਵੀ ਮਨ ਹੀ ਮਨ ਲੱਖਾਂ ਵਾਰ ਸ਼ੁਕਰ ਕਰ ਰਿਹਾ ਸੀ। ਸੰਤਾਂ ਨੇ ਪਰਦੇ ਢਕੇ, ਦਾਤਾ ਸਭ ਦੇ ਪਰਦੇ ਕਾਜੀ। ਸੰਤ ਹਮਾਰਾ ਰੱਖਿਆ ਪਰਦਾ, ਸੰਤ ਪ੍ਰਸਾਦ ਮੋਏ ਕਬੂ ਨਾ ਕਰਦਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।